तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਸਾਹਿਬ ਜੀਓ। ਸਿਰ ਮਸਤਕ ਰਖਿਆ ਪਾਰ ਬ੍ਰਹਮੰ, ਹਸਤ ਕਾਇਆ ਰਖਿਆ ਪਰਮੇਸ਼ੁਰ ਹੈ। ਆਤਮ ਰਖਿਆ ਗੋਪਾਲ ਸੁਆਮੀ, ਧਨ ਚਰਨ ਰਖਿਆ ਪਰਮੇਸ਼ੁਰ ਹੈ। ਸਰਬ ਰਖਿਆ ਗੁਰ ਦਿਆਲੇ, ਪੈ ਦੁਖ ਬਿਨਾਸਨ ਹੈ। ਭਗਤ ਵਸ਼ਲ ਅਨਾਥ ਨਾਥੇ, ਸ਼ਰਨ ਨਾਨਕ ਪੁਰਖ ਆਚੁਤ ਤਨਹਿ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਾਮ ਨਿਦ ਆਵੈ ਤਾਏ। ਤੇਗ ਬਹਾਦਰ ਸਿਮਰਿਐ ਕਰ ਨਾਮ ਨਿਦ ਆਵੈ ਤਾਏ। ਸਭ ਥਾਈ ਹੋਈ ਸਹਾਈ, ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਅਤੇ ਦੇਸ਼ ਵਿਦੇਸ਼ ਦੇ ਅੰਦਰ ਟੀਵੀ ਦੇ ਮਾਧਿਅਮ ਰਾਹੀਂ ਨੌਵੇਂ ਗੁਰਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਜੀਵਨ ਨੂੰ ਆਪ ਜੀ ਸਰਵਨ ਕਰ ਰਹੇ ਹੋ। ਸਤਿਗੁਰ ਮਹਾਰਾਜ ਬਖਸ਼ਿਸ਼ ਕਰਨ ਗੁਰਮਤਿ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਨੇ ਕਿ ਅਸਲ ਤੀਰਥ ਇਸ਼ਨਾਨ ਕੀ ਹੈ। ਇਹਦਾ ਉਪਦੇਸ਼ ਥਾਨੇਸਰ ਦੇ ਅਸਥਾਨ 'ਤੇ ਜਿੱਥੇ ਸੂਰਜ ਗ੍ਰਹਿਣ ਲੱਗਿਆ, ਉੱਥੇ ਸਤਿਗੁਰੂ ਮਹਾਰਾਜ ਜੀ ਨੇ ਜੀਵ ਕਲਿਆਣ ਕਰਨ ਵਾਸਤੇ ਉਪਦੇਸ਼ ਦੇਣਾ ਕੀਤਾ। ਬਨੀ ਬਦਰਪੁਰ ਦੇ ਇਲਾਕੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਕੋਲੋਂ ਧਨ ਖਰਚ ਕਰਕੇ ਸੰਗਤ ਇਲਾਕੇ ਦੇ ਸੁੱਖ ਤੇ ਆਰਾਮ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਖੂਹ ਲਗਵਾਉਣਾ ਕੀਤੇ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਜੀ ਪਾਣੀਪਤ, ਸੋਨੀਪਤ, ਕਰਨਾਲ ਇਤਿਆਦਿਕ ਦੇ ਇਲਾਕਿਆਂ ਤੋਂ ਹੁੰਦਿਆਂ ਸਤਿਗੁਰੂ ਮਹਾਰਾਜ ਜਿਸ ਵੇਲੇ ਦਿੱਲੀ ਵਿਖੇ ਪਹੁੰਚਦੇ ਨੇ ਤੇ ਮਿਰਜ਼ਾ ਜੈ ਸਿੰਘ ਦਾ ਪੁੱਤਰ ਰਾਜਾ ਰਾਮ ਸਿੰਘ ਸਤਿਗੁਰੂ ਮਹਾਰਾਜ ਜੀ ਨੂੰ ਅੱਗੋਂ ਜੀ ਆਇਆਂ ਕਹਿਣ ਵਾਸਤੇ ਆਇਆ। ਕਈ ਇਤਿਹਾਸਕਾਰਾਂ ਨੇ
ਇਸੇ ਹੀ ਦਿੱਲੀ ਦੇ ਜਿਹੜੇ ਜਾਣ ਨੂੰ ਗ੍ਰਿਫਤਾਰੀ ਵਾਲਾ ਸਮਾਂ ਜਿਹੜਾ ਸੀ ਉਹ ਕਹਿ ਦਿੱਤਾ। ਹਾਲਾਂਕਿ ਇਹ ਔਰੰਗਜ਼ੇਬ ਦੇ ਨਾਲ ਇਤਿਹਾਸਕਾਰ ਕਹਿੰਦੇ ਨੇ ਇਹ ਸਭ ਤੋਂ ਪਹਿਲਾਂ ਇਹ ਮੁਲਾਕਾਤ ਹੋਈ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਸਤਿਗੁਰੂ ਮਹਾਰਾਜ ਗਏ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨਾਲ ਅਨੇਕਾਂ ਸਵਾਲ ਜਵਾਬ ਉੱਥੇ ਹੋਣਾ ਹੋਏ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ 'ਤੇ ਵੀ ਸਤਿਗੁਰੂ ਮਹਾਰਾਜ ਜੀ ਨੂੰ ਅਕਬਰ ਬਾਦਸ਼ਾਹ ਨੇ ਬੁਲਾਉਣਾ ਕੀਤਾ ਸੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਉਸ ਵੇਲੇ ਭਾਈ ਜੇਠਾ ਜੀ, ਜਿਹੜੇ ਬਾਅਦ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਬਣੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠੇ ਨੂੰ ਜਿਹੜਾ ਸੀ ਉਹ ਲਾਹੌਰ ਵਿਖੇ ਦਰਬਾਰ ਸਰਕਾਰ ਦੇ ਦਰਬਾਰ ਦੇ ਵਿੱਚ ਭੇਜਿਆ ਤੇ ਜੋ ਗੁਰਮਤਿ ਦਾ ਪੱਖ ਸੀ ਉਹ ਰੱਖਣ ਵਾਸਤੇ ਕਿਹਾ। ਤੇ ਭਾਈ ਜੇਠਾ ਧੰਨ ਗੁਰੂ ਰਾਮਦਾਸ ਮਹਾਰਾਜ ਇੰਨੇ ਸੋਹਣੇ ਢੰਗ ਦੇ ਨਾਲ ਉੱਥੇ ਗੁਰਮਤਿ ਦੇ ਫਲਸਫੇ ਨੂੰ ਰੱਖ ਕੇ ਆਏ ਔਰ ਸਤਿਗੁਰੂ ਮਹਾਰਾਜ ਜੀ ਦੀ ਵਿਚਾਰਧਾਰਾ ਤੋਂ, ਗੁਰੂ ਘਰ ਦੀ ਇਸ ਸਿੱਖੀ ਦੀ ਵਿਚਾਰਧਾਰਾ ਤੋਂ ਸਮੇਂ ਦਾ ਬਾਦਸ਼ਾਹ ਅਕਬਰ ਜਿਹੜਾ ਸੀ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਆਪ ਚੱਲ ਕੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਔਰ ਉਹਦੇ ਮਨ ਦੇ ਵਿੱਚ ਇਹ ਇੱਛਾ ਵੀ ਉਹਨੇ ਜ਼ਾਹਰ ਕੀਤੀ ਕਿ ਮੈਂ ਬਹੁਤ ਸਾਰੀ ਜ਼ਮੀਨ ਜਿਹੜੀ ਹੈ ਇਹ ਗੁਰੂ ਘਰ ਨੂੰ ਭੇਟਾ ਕਰਨਾ ਚਾਹੁੰਦਾ ਹਾਂ। ਸਤਿਗੁਰੂ ਮਹਾਰਾਜ ਜੀ ਨੇ ਅਸਲ 'ਚ ਫਿਰ ਉਸ ਵੇਲੇ ਅਕਬਰ ਬਾਦਸ਼ਾਹ ਨੂੰ ਕਿਹਾ ਸੀ ਕਿ ਜੋ ਰਾਜੇ ਦੇ ਫਰਜ਼ ਨੇ ਜੇਕਰ ਤੁਸੀਂ ਉਹਨਾਂ ਨੂੰ ਹੀ ਨਿਭਾ ਲਵੋ ਤੇ ਇਹੀ ਬਹੁਤ ਨੇ। ਔਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਹ ਨਹੀਂ ਕਿ ਸਮੇਂ ਦਾ ਬਾਦਸ਼ਾਹ ਉਹਨਾਂ ਦੇ ਕੋਲ ਉਹਨਾਂ ਨੂੰ ਮਿਲਣ ਵਾਸਤੇ ਆਇਆ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਇੱਕ ਰੀਤ, ਇੱਕ ਮਰਿਆਦਾ ਉਸ ਸਥਾਨ 'ਤੇ ਗੋਇੰਦਵਾਲ ਸਾਹਿਬ ਕਾਇਮ ਕੀਤੀ ਸੀ ਕਿ ਕੋਈ ਵੀ ਆਵੇ ਸਭ ਤੋਂ ਪਹਿਲਾਂ ਉਹ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ, ਭਾਵ ਕਿ ਊਚ ਨੀਚ ਜਿਹੜੀ ਸੀ ਮਹਾਰਾਜ ਨੇ ਖਤਮ ਕੀਤੀ ਕਿ ਕੋਈ ਉੱਚਾ ਨੀਵਾਂ ਨਹੀਂ, ਇੱਕ ਥਾਂ 'ਤੇ ਸਾਰੇ ਬੈਠ ਕੇ ਪ੍ਰਸ਼ਾਦਾ ਛਕਣ। ਫਿਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੀ ਕਿ ਫਿਰ ਸਾਡੇ ਕੋਲ ਕੋਈ ਆਵੇ, ਪਹਿਲੇ ਪੰਗਤ ਪਾਛੇ ਸੰਗਤ। ਫਿਰ ਉਸ ਤੋਂ ਬਾਅਦ ਵਿੱਚ ਔਰੰਗਜ਼ੇਬ ਨੇ ਜਿਹੜਾ ਸੀ ਸਤਿਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੂੰ ਆਪਣੇ ਦਰਬਾਰ 'ਚ ਬੁਲਾਇਆ ਸੀ ਕਿ ਤੁਸੀਂ, ਤੁਹਾਡੀ ਬਾਣੀ ਦੇ ਵਿੱਚ ਸਾਨੂੰ ਕੁਝ ਸ਼ੰਕੇ ਨੇ ਕਿ ਇਸਲਾਮ ਦੇ ਵਿਰੁੱਧ ਹੈ। ਤੇ ਸਤਿਗੁਰੂ ਮਹਾਰਾਜ ਜੀ ਨੂੰ ਸਿੱਖਾਂ ਨੇ ਕਿਹਾ ਮਹਾਰਾਜ ਆਪ ਜੀ ਨਾ ਜਾਓ, ਆਪ ਜੀ ਕਿਸੇ ਹੋਰ ਨੂੰ ਇਹ ਸੇਵਾ ਬਖਸ਼ੋ, ਕਿਸੇ ਹੋਰ ਦੀ ਡਿਊਟੀ ਲਾ ਦਿਓ ਕਿ ਉਹ ਜਾ ਕੇ ਜਿਹੜਾ ਵਾ ਸਿੱਖੀ ਦਾ ਪੱਖ ਸਿਧਾਂਤ ਜਿਹੜਾ ਹੈ ਉਹ ਸਾਹਮਣੇ ਸਰਕਾਰ ਦੇ ਰੱਖੇ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਫਿਰ ਰਾਮ ਰਾਏ ਨੂੰ ਆਪਣੇ ਵੱਡੇ ਸਪੁੱਤਰ ਨੂੰ ਭੇਜਣਾ ਕੀਤਾ ਔਰ ਗੁਰੂ ਹਰਿਰਾਏ ਜੀ ਨੇ ਇਹ ਹੁਕਮ ਵੀ ਕੀਤਾ ਸੀ ਕਿ ਬੇਟਾ ਰਾਮ ਰਾਏ, ਤੁਸੀਂ ਜੋ ਕਹੋਗੇ ਤੁਹਾਡੇ ਕਹੇ ਹੋਏ ਹਰ ਬਚਨ ਸੱਚੇ ਹੋਣਗੇ, ਜੋ ਤੁਸੀਂ ਮੂੰਹ ਕੱਢ ਦੇਵੋਗੇ ਉਹ ਹਰ ਗੱਲ ਪੂਰੀ ਹੋ ਜਾਏਗੀ। ਪਰ ਗੁਰੂ ਨਾਨਕ ਦਾ ਭੈ ਰੱਖਣਾ, ਗੁਰਮਤਿ ਦੇ ਵਿਰੁੱਧ ਕੋਈ ਕਾਰਜ ਨਾ ਕਰਨਾ, ਗੁਰੂ ਨਾਨਕ ਤੁਹਾਡੇ ਅੰਗ ਸੰਗ ਹੋਵੇਗਾ। ਤੇ ਹੋਇਆ ਵੀ ਇਸ ਤਰ੍ਹਾਂ ਕਿ ਜੋ ਜੋ ਰਾਮ ਰਾਏ ਨੇ ਆਪਣੇ ਮੁਖ ਤੋਂ ਕਿਹਾ ਉਹ ਹਰ ਇੱਕ ਚੀਜ਼ ਕਰਾਮਾਤ ਬਣ ਗਈ ਔਰ ਔਰੰਗਜ਼ੇਬ ਜਿਹੜਾ ਸੀ ਉਹ ਕਰਾਮਾਤਾਂ ਦੇਖਣ ਦਾ ਬਹੁਤ ਸ਼ੌਕੀਨ ਸੀ। ਉਹਨੇ ਕਈ ਕਰਾਮਾਤਾਂ ਜਿਹੜੀਆਂ ਸੀ ਉਹ ਰਾਮ ਰਾਏ ਤੋਂ ਦੇਖੀਆਂ। ਇਤਿਹਾਸਕਾਰ ਕਹਿੰਦੇ ਨੇ ਕਿ 72 ਕਰਾਮਾਤਾਂ ਜਿਹੜੀਆਂ ਸਨ ਉਹ ਰਾਮ ਰਾਏ ਨੇ ਔਰੰਗਜ਼ੇਬ ਨੂੰ ਦਿਖਾਈਆਂ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਕਹਿੰਦੇ ਸੀ ਕਿ ਇੱਕੇ ਹੀ ਅਸਮਾਨ ਦੇ ਵਿੱਚ 2 ਚੰਦਰਮਾ ਲਿਆ ਕੇ ਇਕੱਠੇ ਕਰ ਦਿੱਤੇ। ਔਰੰਗਜ਼ੇਬ ਨੇ ਕਿਹਾ ਸੀ ਇੱਕ ਦਿਨ ਬੈਠਿਆਂ, ਕਹਿਣ ਲੱਗੇ ਤੁਹਾਡੇ ਗੁਰੂ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ, ਕਿਉਂਕਿ ਔਰੰਗਜ਼ੇਬ ਜਿਹੜਾ ਹੈ ਇਹ ਸੁਲਤਾਨਪੁਰ ਲੋਧੀ ਤੋਂ ਇਹਦੀ ਜਿਹੜੀ ਹੈ ਉਹ ਵਿੱਦਿਆ ਉਹ ਪੜ੍ਹ ਕੇ ਆਇਆ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਹੁਤ ਸਾਰੀ ਬਾਣੀ ਜਿਹੜੀ ਸੀ ਪ੍ਰਚਲਿਤ ਰੂਪ ਦੇ ਵਿੱਚ ਸੀ, ਉਹ ਇਹਨੂੰ ਯਾਦ ਸੀ ਕਿਉਂਕਿ ਇੱਕ ਵਾਰੀ ਇਹਦੇ ਦਰਬਾਰ ਦੇ ਵਿੱਚ ਆਇਆ ਕੋਈ ਫਕੀਰ, ਉਹਨੇ ਕੁਝ ਮੰਗਣ ਦੀ ਉੱਥੇ ਗੱਲ ਕੀਤੀ ਤੇ ਔਰੰਗਜ਼ੇਬ ਨੇ ਮੁਹਾਵਰੇ ਦੇ ਤੌਰ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਉੱਥੇ ਪੜ੍ਹੀ ਸੀ ਕਿ ਕੁਲਹਾਂ ਦਿਨ ਦੇ ਬਾਵਲੇ ਲੈਂਦੇ ਵੱਡੇ ਨੇ ਲਾਜ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਤੇ ਸ਼ੰਕਾ ਕਰਦਿਆਂ ਉਹਨੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਬਗਦਾਦ ਗਏ ਸੀ ਉਸ ਵੇਲੇ ਪੀਰ ਦਸਤਗੀਰ ਨੂੰ ਉਹਨਾਂ ਨੇ ਜਦੋਂ ਬਾਣੀ ਦੇ ਵਿੱਚੋਂ ਬਚਨ ਕਹੇ ਕਿ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਤੇ ਉਸ ਵੇਲੇ ਸਾਡੇ ਪੀਰ ਦਸਤਗੀਰ ਨੇ ਜਿਹੜਾ ਸੀ ਸ਼ੰਕਾ ਕੀਤਾ ਸੀ ਕਿ ਪਤਾਲ ਤੇ ਆਕਾਸ਼ ਲੱਖ ਕਿਵੇਂ ਹੋ ਸਕਦੇ ਨੇ।
14 ਤਬਕ, 14 ਅਸਮਾਨ ਤੇ ਪਤਾਲ ਇਸਲਾਮ ਮੰਨਦਾ ਹੈ। ਤੇ ਤੁਸੀਂ ਲੱਖਾਂ ਦੀ ਗੱਲ ਕਰਦੇ ਪਏ ਹੋ, ਕੀ ਦਿਖਾ ਸਕਦੇ ਹੋ? ਗੁਰੂ ਨਾਨਕ ਦੇਵ ਮਹਾਰਾਜ ਉਸ ਵੇਲੇ ਫਿਰ ਪੀਰ ਦੇ ਪੁੱਤਰ ਨੂੰ ਨਾਲ ਲੈ ਕੇ ਗਏ ਤੇ ਲੱਖਾਂ ਪਤਾਲਾਂ ਆਕਾਸ਼ਾਂ ਦੇ ਉਹਨੂੰ ਦਰਸ਼ਨ ਵੀ ਕਰਵਾਏ। ਤੇ ਔਰੰਗਜ਼ੇਬ ਨੇ ਇਹ ਕਿਹਾ ਸੀ, ਕਹਿਣ ਲੱਗਾ ਕਿ ਤੁਸੀਂ ਕੀ ਮੈਨੂੰ ਉਹ ਦਿਖਾ ਸਕਦੇ ਹੋ? ਚਲੋ ਲੱਖਾਂ ਨਹੀਂ, ਤੁਸੀਂ ਗੁਰੂ ਨਹੀਂ ਤੇ ਗੁਰੂ ਦੀ ਸੰਤਾਨ ਤਾਂ ਹੋ, ਤੁਸੀਂ ਗੁਰੂ ਹਰਿ ਰਾਏ ਮਹਾਰਾਜ ਜੀ ਦੇ ਸਪੁੱਤਰ ਹੋ, ਤੇ ਉਹਨਾਂ ਨੇ ਜੋਗ ਜਾਣ ਕੇ ਸਾਡੇ ਕੋਲ ਭੇਜਿਆ। ਤੇ ਕੀ ਤੁਸੀਂ ਅਸਮਾਨ ਲੱਖਾਂ ਦੀ ਥਾਂ ਤੇ ਇੱਕੋ ਅਸਮਾਨ ਦੇ ਵਿੱਚ 2 ਚੰਦਰਮਾ ਦਿਖਾ ਸਕਦੇ ਹੋ? ਕਿਉਂਕਿ ਰਾਤ ਦੇ ਸਮੇਂ ਉਹ ਦਰਬਾਰ ਉਸ ਵੇਲੇ ਲੱਗਿਆ ਸੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਔਰੰਗਜ਼ੇਬ ਨੇ ਜਦੋਂ ਮਨ ਕਰਨਾ ਉਦੋਂ ਕਹਿਣਾ ਕਿ ਰਾਤ ਨੂੰ ਵੀ ਖੁੱਲ੍ਹੇ ਅਸਮਾਨ 'ਚ, ਖੁੱਲ੍ਹੇ ਮੈਦਾਨ ਦੇ ਵਿੱਚ ਸੀ ਉਹ ਦਰਬਾਰ ਲਗਾ ਲੈਣਾ। ਬਹੁਤ ਲੋਕ ਇਕੱਠੇ ਹੋ ਜਾਣੇ। ਰਾਮ ਰਾਏ ਨੂੰ ਸਪੈਸ਼ਲ ਖਾਸ ਕਰਕੇ ਪਾਲਕੀ ਦੇ ਵਿੱਚ ਬਿਠਾ ਕੇ ਲੈ ਕੇ ਆਉਣਾ, ਬੜਾ ਸਤਿਕਾਰ ਦੇਣਾ, ਬਹੁਤ ਧਨ ਦੇਣਾ, ਬੜਾ ਆਦਰ ਮਾਨ ਦੇਣਾ, ਵੱਖਰਾ ਆਸਨ ਆਪਣੇ ਬਰਾਬਰ ਤੇ ਚੌਂਕੀ ਲਗਾ ਕੇ ਦੇਣੀ। ਤੇ ਈਰਖਾ ਕਰਨ ਵਾਲੇ ਕਹਿੰਦੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਾਮ ਰਾਏ ਜਿਹੜਾ ਹੈ ਉਹਦੀ ਹੇਠੀ ਹੋ ਸਕੇ, ਤਾਂ ਕਿ ਸਾਡਾ ਕੱਦ ਜਿਹੜਾ ਹੈ ਉਹ ਉੱਚਾ ਹੋ ਸਕੇ। ਉੱਥੇ ਇਤਿਹਾਸਕਾਰ ਕਹਿੰਦੇ ਨੇ ਕਿ ਰਾਮ ਰਾਏ ਦੀ ਇੱਕ ਕਰਾਮਾਤ ਸੀ ਕਿ ਇੱਕੇ ਅਸਮਾਨ ਦੇ ਵਿੱਚ ਉਹਨਾਂ ਨੇ 2 ਚੰਦਰਮਾ ਦਿਖਾ ਦਿੱਤੇ ਸਨ। ਸਤਿਗੁਰੂ ਮਹਾਰਾਜ ਪਾਤਸ਼ਾਹ ਜਿਸ ਵੇਲੇ ਜਾਂਦੇ ਨੇ ਤੇ ਮਹਾਰਾਜ ਜਿਸ ਵੇਲੇ ਦਰਬਾਰ ਦੇ ਵਿੱਚ ਗਏ, ਔਰੰਗਜ਼ੇਬ ਦੇ ਦਰਬਾਰ ਦੇ ਵਿੱਚ, ਗੁਰੂ ਨਾਨਕ ਦੇ ਘਰ ਦੀ ਅਜ਼ਮਤ ਨੂੰ ਉਹ ਪਛਾਣਦਾ ਸੀ। ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਉਹ ਗੁਰੂ ਨਾਨਕ ਦੇ ਘਰ ਨੂੰ ਜਾਣਦਾ ਸੀ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 9ਵੇਂ ਸਰੂਪ ਧੰਨ ਗੁਰੂ ਤੇਗ ਬਹਾਦਰ ਜਿਸ ਵੇਲੇ ਔਰੰਗਜ਼ੇਬ ਦੇ ਕੋਲ ਜਾਂਦੇ ਨੇ ਤੇ ਔਰੰਗਜ਼ੇਬ ਨੇ ਕਿਹਾ ਸੀ ਕਿ ਸਰ ਆਮਦ ਫਕੀਰਾਨੇ ਅੱਲਾਹ। ਗੁਰੂ ਤੇਗ ਬਹਾਦਰ ਮਹਾਰਾਜ ਆਪ ਦਰਵੇਸ਼ਾਂ ਦੇ ਸਰਬਰਾਹ ਹੋ, ਆਪ ਦਰਵੇਸ਼ਾਂ ਦੇ ਜਿਹੜੇ ਸਰਬਰਾਹ ਬਣ ਕੇ ਆਏ ਹੋ, ਉਹਨਾਂ ਦੀ ਦਰਵੇਸ਼ਾਂ ਦੀ ਗੱਲ ਕਰਦੇ ਹੋ। ਸਰ ਆਮਦ ਫਕੀਰਾਨੇ ਅੱਲਾਹ, ਅੱਲਾਹ ਦੇ ਜਿਹੜੇ ਫਕੀਰ ਨੇ ਆਪ ਜੀ ਉਹਨਾਂ ਦੀ ਹਾਮੀ ਬਣਨ ਵਾਲੇ ਹੋ, ਉਹਨਾਂ ਦੇ ਜਿਹੜਾ ਸੀ ਹੱਕ ਦੀ ਗੱਲ ਕਰਨ ਵਾਲੇ ਹੋ। ਔਰੰਗਜ਼ੇਬ ਆਖਦਾ ਹੈ ਜ਼ਬੁਦਾਏ ਔਲਿਆ ਖੁਦਾਏ, ਕਿ ਆਪ ਵਲੀਆਂ ਦੇ ਸਿਰਤਾਜ ਹੋ। ਜਿਹੜੇ ਵਲੀ ਨੇ ਉਹਨਾਂ ਦੇ ਆਪ ਸਿਰ ਦਾ ਉਹਨਾਂ ਦੇ ਸ਼ਿੰਗਾਰ ਹੋ। ਪੇਸ਼ਵਾਏ ਹੱਕ ਸ਼ਨਾਸਾ, ਅੱਲਾ ਨੂੰ ਜਾਣਨ ਵਾਲਿਆਂ ਦੇ ਆਪ ਮੁਖੀ ਹੋ। ਪੇਸ਼ਵਾਏ ਹੱਕ ਸ਼ਨਾਸਾ, ਹੱਕ ਰੱਬ ਨੂੰ ਆਖਦੇ ਨੇ, ਖੁਦਾ ਨੂੰ ਆਖਦੇ ਨੇ, ਸੱਚ, ਹੱਕ ਦੇ ਅਰਥ ਨੇ ਸੱਚ। ਤੇ ਕਹਿਣ ਲੱਗਾ ਔਰੰਗਜ਼ੇਬ ਪੇਸ਼ਵਾਏ ਹੱਕ ਸ਼ਨਾਸਾ, ਕਿ ਤੁਸੀਂ ਉਸ ਖੁਦਾ ਨੂੰ ਜਾਣਨ ਵਾਲਿਆਂ ਦੇ ਮੁਖੀ ਹੋ, ਤੁਸੀਂ ਸ੍ਰੇਸ਼ਟ ਹੋ। ਤੇ ਕਹਿਣ ਲੱਗੇ ਤੁਸੀਂ ਆਏ ਹੋ, ਬੜਾ ਉਹਨੇ ਇਸਤਕਬਾਲ ਕੀਤਾ। ਖੁਦਾਏ ਅਗਾਹਾਂ ਬਾਸ਼ਦ, ਕਹਿਣ ਲੱਗਾ ਕਿ ਬੜੀ ਖੁਦਾ ਨੇ ਕਿਰਪਾ ਕੀਤੀ, ਆਪ ਜੀ ਨੇ ਮਿਹਰ ਕੀਤੀ, ਆਪ ਮੇਰੇ ਕੋਲ ਚੱਲ ਕੇ ਆਏ ਹੋ। ਕਿਉਂਕਿ ਇਸ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਕੋਲ ਗਿਆ ਵੀ ਔਰੰਗਜ਼ੇਬ, ਪਰ ਸਤਿਗੁਰੂ ਮਹਾਰਾਜ ਨੇ ਦਰਸ਼ਨ ਨਹੀਂ ਸੀ ਦਿੱਤੇ। 2.5 ਘੜੀਆਂ ਖੜਾ ਹੋ ਕੇ ਉੱਥੇ ਆ ਗਿਆ ਸੀ। ਇਸ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਜੀ ਨੂੰ ਔਰੰਗਜ਼ੇਬ ਨੇ ਕਿਹਾ, ਕਹਿਣ ਲੱਗੇ ਕਰਾਮਾਤ ਆਪ ਦਿਖਾਓ, ਕਿਉਂਕਿ ਰਾਮ ਰਾਏ ਨੇ ਬੜੀਆਂ ਕਰਾਮਾਤਾਂ ਦਿਖਾਈਆਂ। ਸਤਿਗੁਰੂ ਮਹਾਰਾਜ ਕਹਿੰਦੇ ਨਾ ਲਾਇਕ ਫਕਰ ਕੋ ਕਰਾਮਾਤ ਕਰਨਾ। ਮਹਾਰਾਜ ਪਾਤਸ਼ਾਹ ਕਹਿੰਦੇ ਨਹੀਂ, ਇਹ ਫਕੀਰਾਂ ਦਾ ਜੀਵਨ ਨਹੀਂ ਕਿ ਉਹ ਕਰਾਮਾਤ ਦਿਖਾਉਣ। ਹੈ ਨਿਸ ਦਿਨ ਸਦਾ ਖੌਫ ਮੌਲਾ ਕੇ ਰਹਿਣਾ, ਰੱਬ ਦੇ ਡਰ ਦੇ ਵਿੱਚ ਰਹਿਣਾ, ਰੱਬ ਦੇ ਹੁਕਮ ਦੇ ਵਿੱਚ ਰਹਿਣਾ, ਇਹ ਫਕੀਰ ਦਾ ਜੀਵਨ ਹੈ, ਇਹ ਧਰਮੀਆਂ ਦਾ ਜੀਵਨ ਹੈ। ਇਹ ਨਹੀਂ ਕਿ ਰੱਬ ਨੇ ਥੋੜ੍ਹੀ ਬਹੁਤੀ ਤਾਕਤ ਬਖਸ਼ਿਸ਼ ਦੀ ਕੀਤੀ ਹੋਵੇ ਤੇ ਬੰਦਾ ਬਾਹਰ ਰੌਲਾ ਪੜ ਕੇ ਪਾ ਕੇ ਦਿਖਾਉਂਦਾ ਹੋਵੇ ਕਿ ਦੇਖੋ ਜੀ ਮੈਂ ਆਹ ਕਰ ਸਕਦਾ, ਮੈਂ ਇਵੇਂ ਕਰ ਸਕਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਨਹੀਂ, ਕਰਾਮਾਤ ਕਹਿਰ ਦਾ ਨਾਮ ਹੈ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਕਰਾਮਾਤ ਕਰਦੇ ਨਹੀਂ, ਉਸ ਰੱਬ ਦਾ ਸ਼ਰੀਕ ਬਣ ਜਾਣਾ ਹੈ, ਉਸ ਰੱਬ ਦੇ ਵਿਰੋਧੀ ਬਣ ਜਾਣਾ ਹੈ। ਕਰੇ ਜੋ ਕਰਾਮਾਤ ਮੁਸ਼ਰਕ ਕਹਾਵੇ। ਮੁਸ਼ਰਕ ਤੋਂ ਭਾਵ ਸੀ ਕਿ ਸ਼ਰੀਕ ਬਣ ਜਾਂਦਾ ਹੈ ਉਹ ਪਰਮਾਤਮਾ ਦਾ। ਜੋ ਮੁਸ਼ਰਕ ਕੀਆ ਲਾ ਸ਼ਰੀਕੀ ਨਾ ਭਾਵੇ, ਜਿਹਨੇ ਰੱਬ ਦੇ ਨਾਲ ਸ਼ਰੀਕੀ ਕਰ ਦਿੱਤੀ, ਜਿਹਨੇ ਉਹਦੇ ਵਿਰੁੱਧ ਹੁਕਮ ਦੇ ਅੱਗੇ ਚਲੇ ਗਿਆ, ਕਹਿੰਦੇ ਨੇ ਉਹ ਲਾ ਸ਼ਰੀਕ ਜਿਹੜਾ ਰੱਬ ਖੁਦਾ ਹੈ, ਕਹਿੰਦੇ ਉਹ ਰੱਬ ਨੂੰ ਪਾਉਂਦਾ ਨਹੀਂ। ਰੱਬ ਦੇ ਦਰ ਦੇ ਉੱਤੇ ਉਹਦੀ ਕਦਰ ਕੋਈ ਨਹੀਂ ਹੁੰਦੀ।
ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਨਸਾਨ ਰੱਬ ਨੇ ਬਣਾਇਆ ਨਾ, ਬੰਦੇ ਬੰਦਗੀ ਇਖਤਿਆਰ, ਬੰਦਾ ਬਣਾਇਆ ਤੇ ਉਹ ਇਸ ਕਰਕੇ ਬਣਾਇਆ ਕਿ ਤੂੰ ਬੰਦਗੀ ਕਰ ਸਕੇ, ਤੂੰ ਬੰਦਗੀ ਕਰੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਫਿਰ ਕਿਆ ਕਹਿਣ ਲੱਗੇ, ਔਰੰਗਜ਼ੇਬ ਦੇਖੋ ਤੁਮਕੋ ਬਾਦਸ਼ਾਹੀ ਰੱਬ ਦੀਨੀ, ਕਿ ਤੈਨੂੰ ਰੱਬ ਨੇ, ਖੁਦਾ ਨੇ ਤੈਨੂੰ ਪਾਤਸ਼ਾਹੀ ਦਿੱਤੀ ਹੈ, ਤੂੰ ਤਖਤ ਤੇ ਬੈਠਾ ਹੈ, ਦੋਨੋਂ ਚਸ਼ਮ ਬਰਾਬਰ ਬੀਨੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦੋਨੋਂ ਚਸ਼ਮ, ਕਿ ਇਹ ਨਹੀਂ ਕਿ ਹੁਣ ਤੂੰ ਕਿਸੇ ਦੇ ਨਾਲ ਵਿਤਕਰਾ ਕਰੇ, ਤੂੰ ਊਚ ਨੀਚ ਕਰੇ, ਤੂੰ ਇਹ ਕਵੇਂ ਕਿ ਇਹ ਮੇਰੇ ਹਮ ਖਿਆਲੀ, ਇਹ ਮੇਰੇ ਆਪਣੇ, ਤੇ ਦੂਸਰਿਆਂ ਨੂੰ ਤੂੰ ਕਤਲ ਕਰੇ, ਦੂਸਰਿਆਂ ਦੇ ਉੱਤੇ ਜਿਹੜਾ ਹੈ ਤੂੰ ਜ਼ੁਲਮ ਕਰਦਾ ਹੋਵੇਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਰਾਜੇ ਦੇ ਫਰਜ਼ ਹੁੰਦੇ ਨੇ, ਰਾਜ ਜਿਹੜਾ ਹੈ ਉਹ ਹਲੀਮੀ ਦਾ ਹੋਵੇ, ਨਿਆਂ ਦਾ ਹੋਵੇ, ਵਿਵੇਕ ਦਾ ਹੋਵੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਰਾਜਾ ਹੁੰਦਾ ਹੈ ਨਾ, ਉਹ ਮਾਲੀ ਦੇ ਵਾਂਗ ਹੈ, ਪਰਜਾ ਬਗੀਚੇ ਦੇ ਵਾਂਗ ਹੈ, ਤੇ ਮਾਲੀ ਦਾ ਫਰਜ਼ ਹੈ ਕਿ ਉਹ ਪਰਜਾ ਦੀ ਰਾਖੀ ਕਰੇ, ਉਹਦੀ ਸਾਂਭ ਸੰਭਾਲ ਕਰੇ, ਜਿਵੇਂ ਮਾਲੀ ਜਿਹੜਾ ਹੈ ਉਹ ਬਗੀਚੇ ਦੀ ਕਰਦਾ ਹੈ, ਰਾਜੇ ਦਾ ਇਹ ਫਰਜ਼ ਹੈ। ਮਹਾਰਾਜ ਕਹਿੰਦੇ ਨੇ ਰਾਜਾ ਅਯਾਲੀ ਦੇ ਵਾਂਗੇ, ਤੇ ਜਿਹੜੀ ਪਰਜਾ ਹੈ ਉਹ ਬੱਕਰੀਆਂ ਦੇ ਵਾਂਗੇ। ਜਿਵੇਂ ਅਯਾਲੀ ਭੇਡਾਂ ਦੀ ਰਾਖੀ ਤੇ ਉਹਨਾਂ ਦੀ ਸੰਭਾਲ ਕਰਦਾ ਹੈ ਤੇ ਉਹ ਬਹੁਤ ਵੱਧਦੀਆਂ ਨੇ, ਇਵੇਂ ਕਹਿੰਦੇ ਜੇਕਰ ਰਾਜਾ ਜਿਹੜਾ ਹੈ ਉਹ ਪਰਜਾ ਦੀ ਸੰਭਾਲ ਕਰੇ ਤੇ ਪਰਜਾ ਦੇ ਵਿੱਚ ਸੁੱਖ ਦੇ ਸਾਧਨ ਬਹੁਤ ਵੱਧਦੇ ਨੇ। ਪਰ ਜੇਕਰ ਪਰਜਾ ਨੂੰ ਦੁਖੀ ਕਰੇਗਾ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜੀਵਨ ਜਿਹੜਾ ਹੈ ਦੁੱਖਾਂ ਨਾਲ ਭਰ ਜਾਂਦਾ ਹੈ, ਰਾਜ ਚਲੇ ਜਾਂਦੇ ਨੇ, ਸਿੰਘਾਸਨ ਮੁੱਕ ਜਾਂਦੇ ਨੇ। ਜੇਕਰ ਰਾਜਾ ਜਿਹੜਾ ਹੈ ਨਾ ਉਹ ਇੱਕ ਦਰਖਤ ਦੇ ਵਾਂਗ ਹੈ ਤੇ ਪਰਜਾ ਜਿਹੜੀ ਹੈ ਉਹ ਜੜ੍ਹਾਂ ਦੇ ਵਾਂਗ ਹੈ, ਜੇ ਜੜ੍ਹਾਂ ਪੁੱਟਣੀਆਂ ਸ਼ੁਰੂ ਕਰ ਦੋਗੇ ਤੇ ਦਰਖਤ ਵੀ ਸਲਾਮਤ ਨਹੀਂ ਰਹੇਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਆਪਣਾ ਆਪ ਨਾਸ਼ ਜਿਹੜਾ ਹੈ ਉਹ ਬੰਦਾ ਕਰ ਲੈਂਦਾ ਹੈ, ਜਿਹੜਾ ਜ਼ੋਰ ਕਰਦਾ ਹੈ, ਜਿਹੜਾ ਜ਼ੁਲਮ ਕਰਦਾ ਹੈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜ਼ੋਰ ਤੇ ਜ਼ੁਲਮ ਜਿਹੜਾ ਹੈ ਉਹ ਰੱਬ ਨੂੰ ਵੀ ਨਹੀਂ ਪਾਉਂਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜ਼ੁਲਮ ਜ਼ਾਲਮੀ ਰੱਬ ਨਾ ਪਾਵੇ। ਸਤਿਗੁਰੂ ਮਹਾਰਾਜ ਨੂੰ ਨੇ ਫਿਰ ਕਿਆ ਕਹਿਣ ਲੱਗੇ ਕਿ ਤੁਹਾਡੀ ਗੁਰਤਾ ਦਾ, ਤੁਹਾਡੀ ਗੱਦੀ ਦਾ ਦੱਸੋ ਕੀ ਝਗੜਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਤਾ ਦਾ ਝਗੜਾ ਤੇ ਕੋਈ ਨਹੀਂ, ਹਮ ਦਾਵਾ ਕਾਹੂ ਸੋ ਨਾਹੀ। ਮਹਾਰਾਜ ਪਾਤਸ਼ਾਹ ਕਹਿੰਦੇ ਸਾਡਾ ਤੇ ਜੀਵਨ ਪਰਮਾਤਮਾ ਨੇ ਜਿਵੇਂ ਬਖਸ਼ਿਆ ਉਵੇਂ ਦਾ ਚੱਲੀ ਜਾ ਰਿਹਾ, ਸਾਡਾ ਦਾਵਾ ਕਿਸੇ ਵਾਸਤੇ ਨਹੀਂ। ਔਰੰਗਜ਼ੇਬ ਕਹਿੰਦਾ ਰਹੇ ਰਜ਼ਾਏ ਮੈਂ ਅੱਲਾ ਫਕੀਰ, ਸੋ ਮੌਲਾ ਕੇ ਹੈ ਜਗ ਧੀਰ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜਿਹੜੇ ਰੱਬ ਦੀ, ਖੁਦਾ ਦੀ, ਅੱਲਾ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਨੇ ਉੱਥੇ ਬਚਨ ਕਹੇ ਸੀ ਆਪਣੇ ਦਰਬਾਰ ਦੇ ਵਿੱਚ, ਕਹਿਣ ਲੱਗੇ ਕਿ ਨਹੀਂ ਬਿਲਕੁਲ ਇਹ ਤਾਂ ਫਕੀਰ ਸੁਭਾਅ ਦੇ ਨੇ, ਰਹੇ ਰਜ਼ਾਏ ਅੱਲਾ ਫਕੀਰ, ਇਹ ਤੇ ਅੱਲਾ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਫਕੀਰ ਨੇ। ਕਹਿੰਦੇ ਨੇ ਸੋ ਮੌਲਾ ਕੇ ਹੈ ਜਗ ਧੀਰ, ਇਹ ਪਰਮਾਤਮਾ ਨੇ ਤਾਂ ਇਹਨਾਂ ਨੂੰ ਬੰਦਗੀ ਦੇ ਕਰਕੇ ਭੇਜਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਥੇ ਪੁੱਛਿਆ, ਕਹਿਣ ਲੱਗੇ ਕਿ ਝਗੜਾ ਕਿਸ ਗੱਲ ਦਾ, ਤੁਸੀਂ ਕੀ ਚਾਹੁੰਦੇ ਹੋ ਔਰੰਗਜ਼ੇਬ। ਔਰੰਗਜ਼ੇਬ ਕਹਿੰਦਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਹਰ ਪਾਸੇ ਇਸਲਾਮ ਹੋਵੇ। ਦੂਸਰੀ ਉਹਨੇ ਇਹ ਗੱਲ ਆਖੀ ਸੀ, ਕਹਿਣ ਲੱਗਾ ਕਿ ਜਿਹੜਾ ਇਸਲਾਮ ਨੂੰ ਧਾਰਨ ਕਰਦਾ ਹੈ ਨਾ, ਮੈਨੂੰ ਇਵੇਂ ਮਹਿਸੂਸ ਹੁੰਦਾ ਹੈ ਕਿ ਉਹ ਮੇਰਾ ਛੋਟਾ ਭਰਾ ਹੈ, ਮੈਨੂੰ ਆਪਣਾ ਭਰਾ ਜਾਣਦਾ ਹੈ, ਮੈਨੂੰ ਆਪਣਾ ਜਾਣਦਾ ਹੈ, ਮੈਨੂੰ ਛੋਟਾ ਭਰਾ ਕਰਕੇ ਸਮਝਦਾ ਹੈ। ਤੇ ਜਿਹੜਾ ਵਿਰੁੱਧ ਚੱਲਦਾ ਹੈ, ਆੜ ਖਲੋਂਦਾ ਹੈ, ਉਹ ਮੈਨੂੰ ਦੁਸ਼ਮਣ ਦੇ ਵਾਂਗ ਪ੍ਰਤੀਤ ਹੁੰਦਾ ਹੈ, ਉਹ ਮੈਨੂੰ ਇਵੇਂ ਲੱਗਦਾ ਹੈ ਜਿਵੇਂ ਮੇਰਾ ਦੁਸ਼ਮਣ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਦੇਖੋ ਕੌਣ ਕਾਜ ਹਮਾਰੇ ਬਸ ਜੋਵਾ, ਜੋ ਤੁਮ ਤੇ ਨਹਿ ਪੂਰਨ ਹੋਵਾ। ਮਹਾਰਾਜ ਕਹਿੰਦੇ ਨੇ ਔਰੰਗਜ਼ੇਬ ਅਸਲ ਦੇ ਵਿੱਚ ਨਾ ਇਹ ਭਰਮ ਹੈ, ਇਹ ਭੁਲੇਖਾ ਹੈ, ਤੂੰ ਇਹ ਸੋਚਦਾ ਹੈ ਕਿ ਸ਼ਾਇਦ ਮੈਂ ਸਭ ਨੂੰ ਇਸਲਾਮ ਧਰਮ ਦੇ ਨਾਲ ਜੋੜ ਦੇਵਾਂਗਾ, ਮੁਸਲਮਾਨ ਬਣਾ ਦੇਵਾਂਗਾ। ਕਹਿੰਦੇ ਖੁਦਾ ਨੂੰ ਜੋ ਚੰਗਾ ਲੱਗਦਾ ਹੈ ਉਹ ਹੁੰਦਾ, ਜੇ ਖੁਦਾ ਨੂੰ ਹਿੰਦੂ ਚੰਗੇ ਨਾ ਲੱਗਦੇ ਹੁੰਦੇ ਤੇ ਆਪਣੇ ਆਪ ਹੀ ਹਿੰਦੂ ਖਤਮ ਹੋ ਜਾਂਦੇ। ਇਸ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸਾਰਿਆਂ ਨੂੰ ਆਪਣਾ ਧਰਮ ਪਿਆਰਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਪਰਜਾ ਨੂੰ ਉਹਨਾਂ ਦੀ ਰਾਖੀ ਕਰਨਾ, ਹਲੀਮੀ ਵਿੱਚ ਰਹਿਣਾ, ਵਿਵੇਕ ਦੇ ਵਿੱਚ ਰਹਿਣਾ, ਨਿਆਂ ਕਰਨਾ, ਸਤਿਗੁਰੂ ਮਹਾਰਾਜ ਕਹਿੰਦੇ ਇਹ ਰਾਜੇ ਦੇ ਫਰਜ਼ ਨੇ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਤੋਂ ਇੰਨਾ ਇੱਕ ਵਾਰੀ ਪ੍ਰਭਾਵਿਤ ਹੋ ਚੁੱਕਾ ਹੈ ਔਰੰਗਜ਼ੇਬ ਕਿ ਸਤਿਗੁਰੂ ਮਹਾਰਾਜ ਜੀ ਨੂੰ ਉਹਨੇ ਰੱਬ ਦਾ ਫਕੀਰ ਜਾਣ ਕਰਕੇ ਉਹਨੇ ਉੱਥੇ ਆਪਣੇ ਬਚਨਾਂ ਦੇ ਵਿੱਚ ਉਸ ਵੇਲੇ ਔਰੰਗਜ਼ੇਬ ਨੇ ਕਿਹਾ
ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਰਹਿ ਕਰਕੇ ਹੋਰ ਵੀ ਜਿਹੜੇ ਜਗਿਆਸੂ ਸਨ ਉਹਨਾਂ ਦੇ ਉੱਤੇ ਵੀ ਕਿਰਪਾ ਕੀਤੀ। ਉਹਨਾਂ ਨੂੰ ਵੀ ਜੋ ਜੀਵਨ ਜਾਤ ਸੀ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਫਿਰ ਇੱਥੇ 1 ਮਹੀਨਾ ਤੇ 6 ਦਿਨ ਸਤਿਗੁਰੂ ਮਹਾਰਾਜ ਜੀ ਰੁਕੇ। ਇਸ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਜੀ ਮਥੁਰਾ ਜਾਂਦੇ ਨੇ। ਇੱਥੇ ਕੰਸ ਦਾ ਟਿੱਲਾ ਹੈ। ਕੰਸ ਟਿੱਲੇ ਦੇ ਉੱਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਪਣਾ ਟਿਕਾਣਾ ਕੀਤਾ। ਮਹਾਰਾਜ ਬਿੰਦਰਾਬਨ ਜਾਂਦੇ ਨੇ। ਬਿੰਦਰਾਬਨ ਕ੍ਰਿਸ਼ਨ ਨੇ ਜਿੱਥੇ ਰਾਸ ਲੀਲਾ ਕੀਤੀ, ਗੋਪੀਆਂ ਦੇ ਨਾਲ ਰਾਸ ਲੀਲਾ ਪਾਉਣੀ, ਉਸ ਸਥਾਨ ਨੂੰ ਬਿੰਦਰਾਬਨ ਆਖਦੇ ਨੇ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਗੋਕਲ ਤੇ ਜਮਨਾ ਪਾਰ ਸਤਿਗੁਰੂ ਮਹਾਰਾਜ ਜਾਂਦੇ ਨੇ, ਜਿੱਥੇ ਬਿਸਾਂਤ ਘਾਟ ਹੈ। ਇਸ ਅਸਥਾਨ ਤੇ ਸਤਿਗੁਰੂ ਮਹਾਰਾਜ ਫਿਰ 3 ਦਿਨ ਰੁਕੇ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਆਗਰੇ ਚਲੇ ਜਾਂਦੇ ਨੇ ਤੇ ਆਗਰੇ ਸਤਿਗੁਰੂ ਮਹਾਰਾਜ ਜਿਸ ਸਥਾਨ ਤੇ ਰੁਕੇ ਉਸ ਅਸਥਾਨ ਦਾ ਅੱਜ ਨਾਂ ਹੈ ਮਾਈ ਥਾਨ। ਇੱਥੇ ਇੱਕ ਮਾਈ ਹੈ ਜਿੰਦਾ ਨਾਂ ਹੈ ਮਾਈ ਭਾਗੋ। ਇਹ ਮਾਈ ਭਾਗੋ ਜਿਹੜੀ ਸੀ ਬਜ਼ੁਰਗ ਸੀ, ਬਿਰਧ ਹੋ ਚੁੱਕੀ ਸੀ, ਪਰ ਗੁਰੂ ਦੇ ਨਾਲ ਇੰਨਾ ਪ੍ਰੇਮ ਸੀ ਕਿ ਇਹਨੇ ਆਪਣੇ ਹੱਥਾਂ ਦੇ ਨਾਲ ਖੱਦਰ ਦਾ ਜਿਹੜਾ ਸੀ ਇੱਕ ਥਾਨ ਬੁਣ ਕਰਕੇ ਰੱਖਿਆ। ਪਰ ਬਜ਼ੁਰਗ ਹੋਣ ਕਰਕੇ ਮਨ ਦੇ ਵਿੱਚ ਇਹ ਇੱਛਾ ਸੀ ਕਿ ਮੈਂ ਪਹੁੰਚ ਨਹੀਂ ਸਕਦੀ, ਮੈਂ ਇਹ ਕੱਪੜਾ ਗੁਰੂ ਨੂੰ ਭੇਟ ਤੇ ਕਰਨਾ ਚਾਹੁੰਦੀ, ਪਰ ਮੇਰੇ ਸਰੀਰ 'ਚ ਇੰਨੀ ਤਾਕਤ ਨਹੀਂ ਕਿ ਮੈਂ ਗੁਰੂ ਦੇ ਤੱਕ ਜਾ ਸਕਾਂ। ਤੇ ਅਰਦਾਸ ਮਨ ਦੇ ਵਿੱਚ ਕਰਨੀ ਕਿ ਸਤਿਗੁਰੂ ਮਹਾਰਾਜ ਆਪ ਕਿਰਪਾ ਕਰਕੇ ਇਹ ਸੇਵਾ ਜਿਹੜੀ ਹੈ ਪ੍ਰਾਪਤ ਕਰੋ। ਸਤਿਗੁਰੂ ਮਹਾਰਾਜ ਜਦੋਂ ਗਏ ਫਿਰ ਇਸ ਬਜ਼ੁਰਗ ਮਾਤਾ ਮਾਈ ਭਾਗੋ ਜੀ ਨੇ ਜਿਹੜਾ ਸੀ ਸਤਿਗੁਰੂ ਮਹਾਰਾਜ ਨੂੰ ਥਾਨ ਭੇਟ ਕੀਤਾ। ਤੇ ਸਤਿਗੁਰੂ ਮਹਾਰਾਜ ਜਦੋਂ ਅੱਗੇ ਤੁਰਨ ਲੱਗਣਾ ਕਿ ਮਹਾਰਾਜ ਨੇ ਕਹਿਣਾ ਕਿ ਹੁਣ ਅਸੀਂ ਅੱਗੇ ਇੱਥੋਂ ਜਾਣਾ ਹੈ, ਆਗਰੇ ਤੋਂ ਮਹਾਰਾਜ ਨੇ ਜਾਣ ਦੀ ਗੱਲ ਕਰਨੀ। ਇਸ ਮਾਈ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਕੜ ਲੈਣੇ ਕਿ ਸਤਿਗੁਰੂ ਮਹਾਰਾਜ ਥੋੜ੍ਹਾ ਸਮਾਂ ਹੋਰ ਰੁਕੋ। ਇਸ ਤਰ੍ਹਾਂ ਕਰਦਿਆਂ ਕਰਦਿਆਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ 1 ਮਹੀਨਾ ਤੇ 2 ਦਿਨ ਆਗਰੇ ਵਿੱਚ ਰੁਕੇ। ਜਦੋਂ ਸਤਿਗੁਰੂ ਮਹਾਰਾਜ ਨੇ ਤੁਰਨਾ ਤੇ ਮਾਈ ਨੇ ਚਰਨ ਪਕੜਨੇ, ਕਿਉਂਕਿ ਸਿੱਖ ਦੇ ਅੰਦਰ ਇਹ ਅਭਿਆਸਾ ਹੁੰਦੀ ਹੈ, ਅਭਿਲਾਖਾ ਹੈ ਕਿ ਜਿਵੇਂ ਬਬੀਹੇ ਦੇ ਅੰਦਰ ਇਹ ਅਭਿਲਾਖਾ ਹੁੰਦੀ ਹੈ ਕਿ ਉਹ ਹਰ ਵੇਲੇ ਸੁਮੰਤੀ ਬੂੰਦ ਨੂੰ ਗ੍ਰਹਿਣ ਕਰ ਸਕੇ। ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ। ਮਾਈ ਭਾਗੋ ਦਾ ਜੀਵਨ ਵੀ ਇਵੇਂ ਦਾ ਕਿ ਉਹ ਵੀ ਚਾਹੁੰਦੀ ਹੈ ਕਿ ਸਤਿਗੁਰੂ ਮਹਾਰਾਜ ਆਪ ਜੀ ਨੇ ਜਿੰਨੇ ਸਵਾਸ ਦਿੱਤੇ ਆ, ਹੁਣ ਆਪ ਜੀ ਦੇ ਦਰਸ਼ਨਾਂ ਦੇ ਨਾਲ ਹੀ ਇਹ ਸਵਾਸ ਜਿਹੜੇ ਸੀ ਇਹ ਪੂਰੇ ਹੋ ਸਕਣ। ਇਸ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉੱਥੇ ਰੁਕੇ। ਇੱਕ ਸੰਨਿਆਸੀ ਹੋਣਾ ਚਾਹੁੰਦਾ ਸੀ, ਗ੍ਰਸਤੀ ਇਨਸਾਨ, ਉਹ ਸੰਨਿਆਸ ਧਾਰਨ ਕਰਨ ਨੂੰ ਤਿਆਰ ਹੋ ਗਿਆ। ਮਹਾਰਾਜ ਨੇ ਬੁਲਾਇਆ, ਕਹਿੰਦਾ ਜੀ ਮੈਂ ਪਰਿਵਾਰ ਦੇ ਖਹਿੜਾ ਛਡਾਉਣਾ ਚਾਹੁੰਦਾ। ਮਹਾਰਾਜ ਕਹਿੰਦੇ ਤੇਰੇ ਪਰਿਵਾਰ 'ਚ ਕੌਣ? ਕਹਿੰਦਾ ਪਤਨੀ, ਮੇਰੇ ਬੱਚੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਤੂੰ ਚਾਹੁੰਦਾ ਕੀ? ਕਹਿੰਦਾ ਮੈਂ ਮੁਕਤੀ ਚਾਹੁੰਦਾ ਹਾਂ। ਮਹਾਰਾਜ ਕਹਿੰਦੇ ਨੇ ਉਹ ਪਰਿਵਾਰ ਦੇ ਵਿੱਚ ਰਹਿ ਕੇ ਮਿਲ ਸਕਦੀ, ਜੇ ਪਰਿਵਾਰ ਨੂੰ ਛੱਡ ਕੇ ਜਾਏਗਾ ਤੇ ਮੁਕਤੀ ਵੀ ਪ੍ਰਾਪਤ ਨਹੀਂ ਹੋਣੀ। ਪਰਿਵਾਰ ਦੇ ਵਿੱਚ ਰਹਿ ਕੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦਿਆਂ ਨਾਮ ਜਪ, ਵੰਡ ਛਕ, ਕਿਰਤ ਕਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਤੇਰਾ ਜੀਵਨ ਸਫਲਾ ਹੋਏਗਾ। ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਇਟਾਵੇ ਕਾਨਪੁਰ ਜਾਂਦਿਆਂ ਹੋਇਆਂ ਗੰਗਾ ਦੇ ਕਿਨਾਰੇ 'ਤੇ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਸੀ ਉੱਥੇ ਅਸਥਾਨ ਬਣੇ ਨੇ ਗੁਰਦੁਆਰਾ ਪਾਤਸ਼ਾਹੀ 9ਵੀਂ ਗੰਗਾ ਦੇ ਕਿਨਾਰੇ 'ਤੇ ਕਾਨਪੁਰ ਵੀ ਅਤੇ ਇਟਾਵੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਦੇ ਅਸਥਾਨ ਨੇ। ਇੱਥੋਂ ਅੱਗੇ ਸਤਿਗੁਰੂ ਮਹਾਰਾਜ ਜੀ ਦਾ ਜੋ ਅਗਲੇਰਾ ਸਫ਼ਰ ਹੈ ਅਗਲੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਰੋਜ਼ ਦੇ ਵਾਂਗੂ, ਨਿੱਤ ਦੇ ਵਾਂਗੂ ਗੁਰੂ ਚਰਨਾਂ ਵਿੱਚ ਅਰਦਾਸ ਕਰੋ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਜਗਤ ਦਾ ਜੀਵਨ ਸੁਖਾਲਾ ਹੋ ਸਕੇ। ਅਰਦਾਸ ਹੈ ਸਤਿਗੁਰੂ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੋ ਉਭਾਰ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨੌ ਨਿਧ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰਨੌ ਨਿਧ ਆਵੈ